ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਕਮਰਸ ਗਲੋਬ ਚੈਨਲ 'ਤੇ ਸਵਾਗਤ ਹੈ। ਅੱਗੇ ਵਧਣ ਤੋਂ ਪਹਿਲਾਂ ਸਾਰੇ ਫਰੈਂਡਸ ਨੂੰ ਮੇਰੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਜੋ ਇਸ ਚੈਨਲ 'ਤੇ ਆਉਣ ਵਾਲੀ ਹਰੇਕ ਨਵੀਂ ਅਪਡੇਟ ਦੀ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਸਕੇ। ਸੋ ਇਸ ਤੋਂ ਅੱਗੇ ਵਧਦੇ ਹਾਂ। ਸੋ ਅੱਜ ਦਾ ਜੋ ਮੇਨ ਟੌਪਿਕ ਹੈ ਉਹ ਐਡਵਾਂਟੇਜਸ ਆਫ ਅਕਾਊਂਟਿੰਗ। ਐਡਵਾਂਟੇਜਸ ਆਫ ਅਕਾਊਂਟਿੰਗ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਅਕਾਊਂਟਿੰਗ ਨੂੰ ਯੂਜ਼ ਕਰਨ ਦੇ ਕੀ ਬੈਨੀਫਿਟ ਹਨ ਉਹ ਆਪਾਂ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾ ਪੁਆਇੰਟ ਹੈ ਹਿਊਮਨ ਮੈਮਰੀ ਲਿਮਟਿਡ। ਹਿਊਮਨ ਮੈਮਰੀ ਇਜ਼ ਲਿਮਟਿਡ। ਸੋ ਫਰੈਂਡਸ, ਆਪਾਂ ਜਾਣਦੇ ਹਾਂ ਕਿ ਇੱਕ ਹਿਊਮਨ ਮੈਮਰੀ ਹੈ ਜੋ ਉਹ ਲਿਮਟਿਡ ਹੈ। ਉਹ ਕੁਛ ਚੀਜ਼ਾਂ ਲੰਬੇ ਸਮੇਂ ਤੱਕ ਯਾਦ ਨਹੀਂ ਰੱਖ ਸਕਦੇ, ਕਿਉਂਕਿ ਲੰਬੇ ਸਮੇਂ ਤੱਕ ਯਾਦ ਨਾ ਰੱਖਣ ਕਾਰਨ ਹੀ ਅਕਾਊਂਟਿੰਗ ਜੋ ਕੰਸੈਪਟ ਹੈ ਉਹ ਬਿਜ਼ਨਸ ਆਰਗੇਨਾਈਜੇਸ਼ਨ ਅਡੋਪਟ ਕਰਦੇ ਨੇ, ਜਿਸ ਦੇ ਨਾਲ ਉਹ ਸਾਰੀਆਂ ਸਾਲ ਦੌਰਾਨ ਦੀਆਂ ਟ੍ਰਾਂਜੈਕਸ਼ਨ ਪ੍ਰੋਪਰ ਸਿਸਟਮੈਟਿਕ ਤਰੀਕੇ ਨਾਲ ਰਿਕਾਰਡ ਕਰਕੇ ਰੱਖਦੀਆਂ ਹਨ ਅਤੇ ਲੰਬੇ ਸਮੇਂ ਦੇ ਲਈ ਉਸ ਨੂੰ ਯੂਜ਼ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਜੋ ਹਿਊਮਨ ਮੈਮਰੀ ਜੋ ਲਿਮਟਿਡ ਹੈ, ਜੋ ਕਿ ਜੇਕਰ ਕੋਈ ਹਿਊਮਨ ਮੈਂਬਰ ਉਸ ਨੂੰ ਭੁੱਲ ਜਾਂਦਾ ਚੀਜ਼ ਨੂੰ ਤਾਂ ਉਹ ਅਜਿਹੇ ਲੋਸ ਤੋਂ ਆਪਾਂ ਇਸ ਦੇ ਵਿੱਚ ਬਚ ਸਕਦੇ ਹਾਂ। ਸੋ ਸੈਕਿੰਡ ਪੁਆਇੰਟ ਹੈ ਹੈਲਪਫੁਲ ਇਨ ਕੰਪਿਊਟੇਸ਼ਨ ਆਫ ਟੈਕਸ ਲਾਇਬਿਲਿਟੀ। ਜੇਕਰ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਅਕਾਊਂਟਿੰਗ ਰਿਕਾਰਡਸ ਪ੍ਰੋਪਰ ਅਵੇਲੇਬਲ ਨੇ, ਸਹੀ ਸਿਸਟਮੈਟਿਕ ਤਰੀਕਾ ਅਪਣਾਇਆ ਜਾ ਰਿਹਾ ਹੈ, ਤਾਂ ਸਾਲ ਦੇ ਐਂਡ ਦੇ ਦੌਰਾਨ ਆਪਾਂ ਜੋ ਵੀ GST ਹੋ ਗਿਆ ਜਾਂ ਡਾਇਰੈਕਟ ਟੈਕਸਿਸ ਹੋ ਗਏ ਜਾਂ ਇੰਡਾਇਰੈਕਟ ਟੈਕਸਿਸ ਹੋ ਗਏ ਤਾਂ ਉਹ ਪ੍ਰੋਪਰ ਸਹੀ ਤਰੀਕੇ ਨਾਲ ਅਤੇ ਈਜ਼ੀਲੀ ਕੈਲਕੂਲੇਟ ਕੀਤੇ ਜਾ ਸਕਦੇ ਹਨ। ਸੋ ਥਰਡ ਹੈ ਸਟੈਚੂਟਰੀ ਰਿਕੁਆਇਰਮੈਂਟਸ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਜੋ ਅਕਾਊਂਟਿੰਗ ਸਿਸਟਮ ਹੈ ਉਹ ਇਕੱਲਾ ਬਿਜ਼ਨਸ ਦੇ ਓਨਰਸ ਦੇ ਬੈਨੀਫਿਟ ਜਾਂ ਸ਼ੇਅਰ ਹੋਲਡਰ ਦੇ ਬੈਨੀਫਿਟ ਲਈ ਨਹੀਂ ਹੁੰਦਾ, ਕਿਉਂਕਿ ਉਸ ਟਾਈਮ ਦੇ ਦੌਰਾਨ ਮੰਨ ਲਓ ਕੰਪਨੀ ਐਕਟਸ ਹੋ ਗਿਆ ਜਾਂ ਇਨਕਮ ਟੈਕਸ ਐਕਟ ਹੋ ਗਿਆ ਜਾਂ ਹੋਰ ਜੋ ਵੀ ਲਾ ਉਸ ਟਾਈਮ 'ਤੇ ਚੱਲ ਰਿਹਾ ਉਸ ਦੇ ਅਕੋਰਡਿੰਗ ਵੀ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਨੂੰ ਸਟੈਚੂਟਰੀ ਜੋ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ ਨੇ। ਉਹਨਾਂ ਦੇ ਅਕੋਰਡਿੰਗ ਹੀ ਆਪਣੇ ਬਿਜ਼ਨਸ ਅਕਾਊਂਟਸ ਮੇਨਟੇਨ ਕਰਨੇ ਪੈਂਦੇ ਨੇ, ਉਹਨਾਂ ਦੇ ਅਕੋਰਡਿੰਗ ਹੀ ਰੂਲਸ ਦੇ ਅਕੋਰਡਿੰਗ ਹੀ ਡਿਸਕਲੋਜ਼ਰ ਕਰਨਾ ਪੈਂਦਾ ਫਾਈਨੈਂਸ਼ੀਅਲ ਸਟੇਟਮੈਂਟ ਦਾ। ਸੋ ਜੇਕਰ ਅੱਛਾ ਹੀ ਅਕਾਊਂਟਿੰਗ ਰਿਕਾਰਡਸ ਆਪਾਂ ਮੇਨਟੇਨ ਕੀਤੇ ਹੋਏ ਨੇ ਤਾਂ ਉਸ ਦੇ ਨਾਲ ਆਪਣੀਆਂ ਜੋ ਸਟੈਚੂਟਰੀ ਰਿਕੁਆਇਰਮੈਂਟਸ ਨੇ ਉਹ ਡਿਫਰੈਂਟ ਐਕਟਸ ਦੇ ਅਧੀਨ ਉਹ ਆਪਣੀਆਂ ਸਮੇਂ ਸਿਰ ਪੂਰੀਆਂ ਹੋ ਜਾਂਦੀਆਂ ਹਨ। ਦੈਨ ਫੋਰਥ ਹੈ ਅਸਰਟੇਨਮੈਂਟ ਆਫ ਪ੍ਰੋਫਿਟ ਐਂਡ ਲੋਸ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਸਾਲ ਦੇ ਦੌਰਾਨ ਆਪਣੀਆਂ ਜਿੰਨੀਆਂ ਟ੍ਰਾਂਜੈਕਸ਼ਨਸ ਰਿਕਾਰਡ ਹੋਈਆਂ, ਸਾਲ ਦੇ ਐਂਡ ਦੇ ਵਿੱਚ ਆਪਾਂ ਨੂੰ ਉਹਨਾਂ ਨੂੰ ਕਿੰਨਾ ਪ੍ਰੋਫਿਟ ਹੋਇਆ, ਕਿੰਨਾ ਲੋਸ ਹੋਇਆ, ਇਹ ਚੀਜ਼ ਨੂੰ ਜਾਣਨ ਵਾਸਤੇ ਵੀ ਆਪਾਂ ਨੂੰ ਜਿਹੜੇ ਅਕਾਊਂਟਿੰਗ ਰਿਕਾਰਡਸ ਨੇ ਉਹ ਬਹੁਤ ਜ਼ਰੂਰੀ ਹਨ। ਇਸੇ ਤਰ੍ਹਾਂ ਹੀ ਅਸਰਟੇਨਮੈਂਟ ਆਫ ਫਾਈਨੈਂਸ਼ੀਅਲ ਪੋਜੀਸ਼ਨ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੀ ਫਾਈਨੈਂਸ਼ੀਅਲ ਪੋਜੀਸ਼ਨ ਹਮੇਸ਼ਾ ਉਸ ਦੀ ਬੈਲੈਂਸ ਸ਼ੀਟ ਤੋਂ ਜੱਜ ਕੀਤੀ ਜਾ ਸਕਦੀ ਹੈ। ਬੈਲੈਂਸ ਸ਼ੀਟ ਦੇ ਵਿੱਚ ਪਾਰਟੀਕੂਲਰ ਸਾਲ ਐਂਡ 'ਤੇ ਕਿੰਨੀਆਂ ਉਸਦੀਆਂ ਐਸੈਟਸ ਸਟੈਂਡ ਕਰ ਰਹੀਆਂ ਹਨ, ਕਿੰਨੀਆਂ ਉਸਦੀਆਂ ਲਾਇਬਿਲਿਟੀਜ਼ ਹਨ, ਇਹ ਸਾਰੀਆਂ ਚੀਜ਼ਾਂ ਜਾਣਨ ਦੇ ਲਈ ਅਸੀਂ ਬੈਲੈਂਸ ਸ਼ੀਟ 'ਤੇ ਡਿਪੈਂਡੈਂਟ ਹੁੰਦੇ ਹਾਂ। ਸੋ ਜੇਕਰ ਪ੍ਰੋਪਰ ਹੀ ਆਪਣੇ ਕੋਲ ਪ੍ਰੋਪਰ ਅਕਾਊਂਟਿੰਗ ਰਿਕਾਰਡਸ ਹੋਣ ਤਾਂ ਉਸ ਦੀ ਹੈਲਪ ਦੇ ਨਾਲ ਆਪਾਂ ਅੱਛੇ ਤਰੀਕੇ ਨਾਲ ਫਾਈਨੈਂਸ਼ੀਅਲ ਪੋਜੀਸ਼ਨ ਹੈ ਜੋ ਬਿਜ਼ਨਸ ਆਰਗੇਨਾਈਜੇਸ਼ਨ ਦੀ ਜਾਣ ਸਕਦੇ ਹਾਂ। ਸੋ ਸਿਕਸਥ ਪੁਆਇੰਟ ਹੈ ਹੈਲਪਫੁਲ ਇਨ ਕੰਪੈਰੇਟਿਵ ਸਟੱਡੀ। ਸੋ ਜੋ ਅਕਾਊਂਟਿੰਗ ਰਿਕਾਰਡਸ ਹਨ ਇਹਨਾਂ ਦੇ ਵਿੱਚ
ਯੂਨੀਵਰਸਲ ਅਸੈਪਟਡ ਅਕਾਊਂਟਿੰਗ ਪ੍ਰਿੰਸੀਪਲਸ ਨੇ ਜੋ ਯੂਜ਼ ਕੀਤੇ ਜਾਂਦੇ ਨੇ, ਜਿਸ ਤੋਂ ਭਾਵ ਹੈ ਕਿ ਦੋ ਅਲੱਗ-ਅਲੱਗ ਆਰਗੇਨਾਈਜੇਸ਼ਨ ਦੇ ਵਿੱਚ ਵੀ ਜੋ ਯੂਨੀਵਰਸਲ ਅਸੈਪਟਡ ਪ੍ਰਿੰਸੀਪਲਸ ਨੇ ਉਹ ਯੂਜ਼ ਕੀਤੇ ਜਾਂਦੇ ਹਨ। ਤਾਂ ਇਸ ਤਰ੍ਹਾਂ ਉਹਨਾਂ ਦੇ ਵਿੱਚ ਆਪਣੇ ਅਕਾਊਂਟਿੰਗ ਰਿਕਾਰਡਸ ਬਣਾਉਣ ਦਾ ਵੀ ਤਰੀਕਾ ਸੇਮ ਹੋਵੇਗਾ। ਇਸ ਤਰ੍ਹਾਂ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਨੂੰ ਦੂਸਰੀ ਬਿਜ਼ਨਸ ਆਰਗੇਨਾਈਜੇਸ਼ਨ ਨਾਲ ਕੰਪੇਅਰ ਕਰਨ ਦੇ ਵਿੱਚ ਵੀ ਆਸਾਨੀ ਹੋ ਜਾਂਦੀ ਹੈ। ਆਪਣੇ ਫਾਈਨੈਂਸ਼ੀਅਲ ਜੋ ਰਿਜ਼ਲਟਸ ਨੇ ਉਹ ਦੂਸਰੀ ਆਰਗੇਨਾਈਜੇਸ਼ਨ ਨਾਲ ਫਾਈਨੈਂਸ਼ੀਅਲ ਰਿਜ਼ਲਟਸ ਨਾਲ ਕੰਪੇਅਰ ਕਰਨਾ ਬਹੁਤ ਹੀ ਆਸਾਨ ਹੋ ਜਾਂਦਾ, ਜਿਹਦੇ ਨਾਲ ਬੈਟਰ ਪਾਲਿਸੀ ਮੇਕਿੰਗ ਕੀਤੀ ਜਾ ਸਕਦੀ ਹੈ। ਸੋ ਨੈਕਸਟ ਪੁਆਇੰਟ ਹੈ ਐਵੀਡੈਂਸ ਇਨ ਦੀ ਕੋਰਟ। ਜੇਕਰ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਦੁਆਰਾ ਅਕਾਊਂਟਿੰਗ ਰਿਕਾਰਡਸ ਪ੍ਰੋਪਰ ਪੀਰੀਅਡ ਵਾਈਜ਼ ਮੇਨਟੇਨ ਕੀਤੇ ਜਾ ਰਹੇ ਹਨ, ਤਾਂ ਕਿਉਂਕਿ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਅਲੱਗ-ਅਲੱਗ ਸਪਲਾਇਰ ਤੋਂ ਸਪਲਾਈ ਲੈਂਦੀ ਹੈ, ਮਾਲ ਖਰੀਦਦੀ ਹੈ, ਗੁਡਸ ਖਰੀਦਦੀ ਹੈ ਅਤੇ ਅਲੱਗ-ਅਲੱਗ ਕਸਟਮਰ ਨੂੰ ਆਪਣੀ ਸਪਲਾਈ ਦਿੰਦੀ ਹੈ ਅਤੇ ਗੁਡਸ ਐਂਡ ਸਰਵਿਸਿਜ਼ ਸੈੱਲ ਕਰਦੀ ਹੈ। ਜੇਕਰ ਕਿਸੇ ਸਪਲਾਇਰ ਜਾਂ ਕਸਟਮਰ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਡਿਸਪਿਊਟ ਹੋ ਜਾਂਦਾ ਹੈ ਤਾਂ ਉਸ ਜਗ੍ਹਾ 'ਤੇ ਅਕਾਊਂਟਿੰਗ ਰਿਕਾਰਡਸ ਨੇ ਜੋ ਉਹ ਕੋਰਟ ਦੇ ਵਿੱਚ ਵੀ ਇੱਕ ਐਜ਼ ਏ ਐਵੀਡੈਂਸ ਦੇ ਤੌਰ 'ਤੇ ਕੰਮ ਕਰਦੇ ਹਨ। ਸੋ ਇਹ ਇੱਕ ਤਾਂ ਇਸਦਾ ਮੇਨ ਓਬਜੈਕਟਿਵ ਹੈ। ਸੋ ਨੈਕਸਟ ਐਡਵਾਂਟੇਜ ਇਸਦਾ ਹੈ ਹੈਲਪਫੁਲ ਇਨ ਰੇਜ਼ਿੰਗ ਫੰਡਸ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਜੋ ਆਪਣਾ ਅਕਾਊਂਟਿੰਗਸ ਹੈ ਉਹ ਬਿਜ਼ਨਸ ਨੂੰ ਅਗਰ ਫੰਡਸ ਦੀ ਰਿਕੁਆਇਰਮੈਂਟ ਹੈ ਤਾਂ ਉਹਨਾਂ ਨੂੰ ਰੇਜ਼ ਕਰਨ ਦੇ ਵਿੱਚ ਬਹੁਤ ਹੈਲਪਫੁਲ ਹੁੰਦੀ ਹੈ, ਕਿਉਂਕਿ ਜੇਕਰ ਆਪਾਂ ਸਾਲ ਦੇ ਦੌਰਾਨ ਦੀਆਂ ਆਪਣੀਆਂ ਪ੍ਰੋਪਰ ਸਾਰੀਆਂ ਐਕਟੀਵਿਟੀਜ਼ ਨੂੰ ਸਮੇਂ-ਬੱਧ ਰਿਕਾਰਡ ਕਰ ਰਹੇ ਹਾਂ ਤਾਂ ਇਸ ਤਰੀਕੇ ਨਾਲ ਆਪਾਂ ਨੂੰ ਅਗਲੇ ਫਿਊਚਰ ਹਿਸਟੋਰੀਕਲ ਡਾਟਾ ਦੇ ਬੇਸ 'ਤੇ ਫਿਊਚਰ ਨੂੰ ਵੀ ਪਲਾਨ ਕਰ ਸਕਦੇ ਹਾਂ। ਫਿਊਚਰ ਦੇ ਵਿੱਚ ਆਪਾਂ ਕਿਹੜੀਆਂ ਪਾਲਿਸੀ ਮੇਕਿੰਗ ਕੀਤੀ, ਉਹਨਾਂ ਦੇ ਵਿੱਚ ਕਿੰਨੀ ਫਾਈਨੈਂਸ ਦੀ ਰਿਕੁਆਇਰਮੈਂਟ ਹੈ ਅਤੇ ਉਹ ਕਿਸ ਆਪਸ਼ਨ ਜਾਂ ਅਲਟਰਨੇਟਿਵ ਤੋਂ ਉਹ ਇਕੱਠਾ ਕੀਤਾ ਜਾ ਸਕਦਾ ਹੈ। ਸੋ ਇਸ ਦੇ ਲਈ ਅਕਾਊਂਟਿੰਗ ਰਿਕਾਰਡਸ ਨੇ ਜੋ ਬਹੁਤ ਜ਼ਰੂਰੀ ਹਨ। ਸੋ 9th ਪੁਆਇੰਟ ਹੈ ਹੈਲਪਫੁਲ ਇਨ ਰੈਸ਼ਨਲ ਡਿਸੀਜਨ ਮੇਕਿੰਗ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਅੱਛਾ ਅਤੇ ਸਮੇਂ ਸਿਰ ਡਿਸੀਜਨ ਕਰਨ ਦੇ ਲਈ ਵੀ ਆਪਣੇ ਅਕਾਊਂਟਿੰਗ ਰਿਕਾਰਡਸ ਹਨ ਬਹੁਤ ਜ਼ਰੂਰੀ ਹਨ, ਕਿਉਂਕਿ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਨੇ ਅਲੱਗ-ਅਲੱਗ ਤਰ੍ਹਾਂ ਦੇ ਡਿਸੀਜਨ ਕਰਨੇ ਹੁੰਦੇ ਹਨ, ਜਿੱਦਾਂ ਕਿ ਚੂਜ਼ਿੰਗ ਮੋਸਟ ਪ੍ਰੋਫਿਟੇਬਲ ਪ੍ਰੋਡਕਟ ਮਿਕਸ। ਜੇਕਰ ਇੱਕ ਤੋਂ ਜ਼ਿਆਦਾ ਪ੍ਰੋਡਕਟ ਫਰਮ ਦੁਆਰਾ ਜਾਂ ਆਰਗੇਨਾਈਜੇਸ਼ਨ ਦੁਆਰਾ ਪ੍ਰੋਡਿਊਸ ਕੀਤੇ ਜਾ ਰਹੇ ਹਨ ਤਾਂ ਉਹਨਾਂ ਦੁਆਰਾ ਅਜਿਹਾ ਮਿਕਸ ਯੂਜ਼ ਕੀਤਾ ਜਾਵੇ, ਦੋ ਜਾਂ ਦੋ ਤੋਂ ਵੱਧ ਪ੍ਰੋਡਕਟ ਇਸ ਮਿਕਸ ਦੇ ਤੌਰ 'ਤੇ ਯੂਜ਼ ਕੀਤੇ ਜਾਣ ਕਿ ਉਹ ਵੱਧ ਤੋਂ ਵੱਧ ਆਪਣਾ ਪ੍ਰੋਫਿਟ ਕਮਾ ਸਕਣ। ਇਸੇ ਤਰ੍ਹਾਂ ਹੀ ਰੈਸ਼ਨਲ ਡਿਸੀਜਨ, ਜਿਸ ਤਰ੍ਹਾਂ ਡਾਇਵਰਸੀਫਿਕੇਸ਼ਨ ਆਫ ਪ੍ਰੋਡਕਟ। ਜੇਕਰ ਆਪਣੇ ਪ੍ਰੋਡਕਟ ਦੇ ਵਿੱਚ ਕੋਈ ਲਾਈਨ ਕਮਜ਼ੋਰ ਹੈ ਜਿਸ ਤੋਂ ਆਪਾਂ ਨੂੰ ਪ੍ਰੋਫਿਟ ਨਹੀਂ ਹੋ ਰਿਹਾ ਤਾਂ ਉਸ ਲਾਈਨ ਨੂੰ ਲੈਮੀਨੇਟ ਕਰਕੇ ਨਵੇਂ ਪ੍ਰੋਡਕਟ ਲਾਈਨ ਉਸ ਦੇ ਵਿੱਚ ਐਡ ਕੀਤੀ ਜਾ ਸਕਦੀ ਹੈ, ਨਵਾਂ ਪ੍ਰੋਡਕਟ ਐਡ ਕੀਤਾ ਜਾ ਸਕਦਾ ਹੈ, ਜਿਸ ਦੇ ਨਾਲ ਆਪਾਂ ਨੂੰ ਉਸ ਪ੍ਰੋਫਿਟ ਨੂੰ ਮੈਕਸੀਮਾਈਜ਼ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਹੈ ਮੇਕ ਐਂਡ ਬਾਏ ਡਿਸੀਜਨ। ਸਮਟਾਈਮ ਆਰਗੇਨਾਈਜੇਸ਼ਨ ਦੇ ਵਿੱਚ ਅਜਿਹੀ ਪੋਜੀਸ਼ਨ ਆ ਜਾਂਦੀ ਹੈ ਵੀ ਇੱਕ ਪ੍ਰੋਡਕਟ ਹੈ ਜੋ ਉਸ ਨੂੰ ਮਾਰਕੀਟ ਵਿੱਚੋਂ ਖਰੀਦਿਆ ਜਾ ਸਕੇ ਜਾਂ ਉਸ ਨੂੰ ਆਪਣੇ ਫੈਕਟਰੀ ਪ੍ਰੈਮਿਸਿਸ ਦੇ ਵਿੱਚ ਉਸ ਨੂੰ ਪ੍ਰੋਡਿਊਸ ਕੀਤਾ ਜਾ ਸਕੇ। ਸੋ ਜਿਸ 'ਚ ਆਪਾਂ ਨੂੰ ਪ੍ਰੋਫਿਟੇਬਲ ਪੈ ਰਿਹਾ, ਕੋਸਟ ਘੱਟ ਪੈ ਰਹੀ ਹੈ ਤਾਂ ਉਸ ਜਗ੍ਹਾ ਤੋਂ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਨੂੰ ਖਰੀਦਣ ਦੀ ਕੋਸ਼ਿਸ਼ ਕਰੇਗੀ ਜਾਂ ਖੁਦ ਬਣਾਉਣ ਦੀ ਕੋਸ਼ਿਸ਼ ਕਰੇਗੀ। ਸੋ ਇਸ ਤੋਂ ਬਾਅਦ ਹੈ ਜੇਕਰ ਆਪਾਂ ਪ੍ਰੋਪਰ ਅਕਾਊਂਟਿੰਗ ਰਿਕਾਰਡਸ ਮੇਨਟੇਨ ਕਰਦੇ ਹਾਂ ਤਾਂ ਆਪਾਂ ਨੂੰ ਪਰ ਆਰਡਰ ਦੀ ਕੋਸਟ ਹੈ ਜੋ ਆਪਾਂ ਕੱਢ ਸਕਦੇ ਹਾਂ, ਜਿਸ ਦੇ ਨਾਲ ਜੇਕਰ ਆਪਾਂ ਕਿਸੇ ਫਰਮ ਕੋਈ ਆਪਾਂ ਨੂੰ ਆਰਡਰ ਪਲੇਸ ਕਰਦੀ ਹੈ ਤਾਂ ਆਪਾਂ ਉਸਦਾ ਆਰਡਰ ਅਸੈਪਟ ਕਰਨਾ ਹੈ ਜਾਂ ਰਿਜੈਕਟ ਕਰਨਾ ਹੈ। ਇਸ ਬਾਰੇ ਸਾਰੀ ਜਾਣਕਾਰੀ ਜੋ ਆਪਣੀ ਬੇਸਡ ਹੁੰਦੀ ਹੈ ਉਹ ਅਕਾਊਂਟਿੰਗ ਰਿਕਾਰਡਸ ਬੇਸਡ ਹੀ ਹੁੰਦੀ ਹੈ। ਇਸ ਤਰ੍ਹਾਂ ਕਿਸੇ ਪ੍ਰੋਡਕਟ ਦੀ ਆਪਾਂ ਸੈਲਿੰਗ ਪ੍ਰਾਈਸ ਫਿਕਸ ਕਰਨੀ ਹੈ, ਕਿਉਂਕਿ ਅਕਾਊਂਟਿੰਗ ਰਿਕਾਰਡਸ ਦੇ ਨਾਲ ਆਪਾਂ ਨੂੰ ਸਾਰੀਆਂ ਉਸ 'ਚ ਕੀ ਕੋਸਟਸ ਹਨ, ਕੋਸਟ ਦੇ ਕਿਹੜੇ ਪਾਰਟ ਹਨ ਜੋ ਵੇਰੀਏਬਲ ਹਨ, ਉਹ ਫਿਕਸ ਹਨ, ਜੋ ਸੈਮੀ ਵੇਰੀਏਬਲ ਹਨ। ਸੋ ਇਹ ਸਾਰੇ ਪਾਰਟਸ ਨੇ ਜੋ ਆਪਣੀ ਇੱਕ ਪ੍ਰੋਡਕਟ ਦੀ ਸੈਲਿੰਗ ਪ੍ਰਾਈਸ ਫਿਕਸ ਕਰਨ ਦੇ ਵਿੱਚ ਬਹੁਤ ਹੈਲਪਫੁਲ ਕਰਦੇ ਹਨ। ਇਸੇ ਤਰ੍ਹਾਂ ਫਰੈਂਡਸ ਇਹ ਸੀ ਆਪਣੇ ਐਡਵਾਂਟੇਜਸ ਆਫ ਅਕਾਊਂਟਿੰਗ। ਸੋ ਇਸ ਤੋਂ ਬਾਅਦ ਆਪਾਂ ਅੱਗੇ ਕਰਾਂਗੇ ਲਿਮਿਟੇਸ਼ਨਸ ਆਫ ਅਕਾਊਂਟਿੰਗ।
ਸੋ ਹੁਣ ਤੱਕ ਆਪਾਂ ਅਕਾਊਂਟਿੰਗ ਦੇ ਆਬਜੈਕਟਿਵਸ ਕੀਤੇ ਹਨ ਅਤੇ ਅਕਾਊਂਟਿੰਗ ਦੇ ਐਡਵਾਂਟੇਜਸ ਕੀਤੇ ਜਾ ਸਕਦੇ ਨੇ ਵੀ ਅਕਾਊਂਟਿੰਗ ਦੇ ਕੀ ਫਾਇਦੇ ਨੇ ਵੀ ਜਿਸ ਕਰਕੇ ਇਸ ਦੀ ਵਰਤੋਂ ਕੀਤੀ ਜਾਵੇ। ਪਰ ਅਕਾਊਂਟਿੰਗ ਦੇ ਬਹੁਤ ਸਾਰੀਆਂ ਸੀਮਾਵਾਂ ਵੀ ਹਨ ਜਿਸ ਕਰਕੇ ਇਹਨਾਂ ਦੀ ਮਤਲਬ ਵਰਤੋਂ ਘੱਟ ਕੀਤੀ ਜਾਂਦੀ ਹੈ ਜਾਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੋ ਸੀਮਾਵਾਂ ਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹਨ। ਪਹਿਲਾਂ ਇਸ ਦੀ ਲਿਮਿਟੇਸ਼ਨ ਹੈ ਇਨਕੰਪਲੀਟ ਨੌਲੇਜ ਆਫ ਕੋਸਟਸ। ਜੋ ਅਕਾਊਂਟਿੰਗ ਰਿਕਾਰਡਸ ਹਨ ਇੱਕ ਓਵਰਆਲ ਕੋਸਟ ਸਿਸਟਮ ਦੇ ਨਾਲ ਸਿਮਿਲਰ ਨੇ। ਇਹ ਆਪਾਂ ਨੂੰ ਜੋ ਇੱਕ ਬਿਜ਼ਨਸ ਪੀਰੀਅਡ ਦੇ ਦੌਰਾਨ ਕਿੰਨੀ ਟੋਟਲ ਕੋਸਟ ਇੰਕਰਡ ਹੋਈ ਹੈ ਉਸ ਬਾਰੇ ਜਾਣਕਾਰੀ ਦਿੰਦੇ ਹਨ। ਜਦ ਕਿ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਅਲੱਗ-ਅਲੱਗ ਪ੍ਰੋਡਕਟ ਚੇਨਸ ਹਨ, ਅਲੱਗ-ਅਲੱਗ ਪ੍ਰੋਡਕਟ ਮਿਕਸ ਹਨ, ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਕੋਸਟਸ ਹਨ। ਕੁਛ ਫਿਕਸ ਹੈ, ਕੋਈ ਸੈਮੀ ਵੇਰੀਏਬਲ ਹੈ, ਕੋਈ ਵੇਰੀਏਬਲ ਹੈ। ਅਲੱਗ-ਅਲੱਗ ਕੋਸਟਸ ਹਨ ਜਿਸ ਦੇ ਵਿੱਚੋਂ ਕੁਝ ਅਜਿਹੀ ਪ੍ਰੋਡਕਟਸ ਲਾਈਨ ਹਨ ਜਿਸ 'ਤੇ ਕੋਸਟ ਜ਼ਿਆਦਾ ਹੋ ਰਹੀ ਹੈ ਪਰ ਉਸ ਤੋਂ ਪ੍ਰੋਫਿਟ ਮੇਕਿੰਗ ਕੁਛ ਨਹੀਂ ਹੋ ਰਹੀ। ਸੋ ਇਸ ਤਰ੍ਹਾਂ ਦੀਆਂ ਕੋਸਟ ਰਿਡਕਸ਼ਨ ਵਾਲੀਆਂ ਜੋ ਇਨਫੋਰਮੇਸ਼ਨ ਹੈ ਉਹ ਅਕਾਊਂਟਿੰਗ ਰਿਕਾਰਡਸ ਤੋਂ ਆਪਾਂ ਨੂੰ ਨਹੀਂ ਮਿਲਦੀਆਂ, ਜਿਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਇਨਕੰਪਲੀਟ ਨੌਲੇਜ ਆਫ ਕੋਸਟ ਅਕਾਊਂਟਿੰਗ ਰਿਕਾਰਡ ਤੋਂ ਆਪਾਂ ਨੂੰ ਪੂਰੀ ਨੌਲੇਜ ਨਹੀਂ ਮਿਲਦੀ, ਜਿਸ ਕਰਕੇ ਆਪਣੇ ਬਾਕੀ ਰੈਸ਼ਨਲ ਡਿਸੀਜਨ ਨੇ ਉਹ ਵੀ ਅਫੈਕਟਡ ਹੁੰਦੇ ਹਨ। ਸੈਕਿੰਡ ਪੁਆਇੰਟ ਹੈ ਫਾਈਨੈਂਸ਼ੀਅਲ ਅਕਾਊਂਟਿੰਗ is of historical nature। ਜੋ ਆਪਣੀ ਫਾਈਨੈਂਸ਼ੀਅਲ ਅਕਾਊਂਟਿੰਗ ਹੈ ਇਸ ਨੂੰ ਹਿਸਟੋਰੀਕਲ ਨੇਚਰ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿਉਂਕਿ ਜੋ ਅਕਾਊਂਟਿੰਗ ਰਿਕਾਰਡਸ ਹਨ ਉਹ ਆਪਾਂ ਨੂੰ ਸਾਲ ਦੇ ਦੌਰਾਨ ਜਿੰਨੀਆਂ ਟ੍ਰਾਂਜੈਕਸ਼ਨਸ ਹੋਈਆਂ ਹਨ ਉਹ ਸਾਰੀਆਂ ਦਾ ਸਿਸਟਮੈਟਿਕ ਤਰੀਕੇ ਨਾਲ ਰਿਕਾਰਡ ਕਰਕੇ ਇੱਕ ਫਾਈਨੈਂਸ਼ੀਅਲ ਸਟੇਟਮੈਂਟ ਪੇਸ਼ ਕਰਦੇ ਹਨ ਜਿਸ ਤੋਂ ਆਪਾਂ ਨੂੰ ਪ੍ਰੋਫਿਟ ਐਂਡ ਲੋਸ ਪਤਾ ਲੱਗਦਾ ਹੈ। ਜਦ ਕਿ ਇਹ ਜੋ ਸਾਰੀਆਂ ਟ੍ਰਾਂਜੈਕਸ਼ਨ ਰਿਕਾਰਡ ਕੀਤੀਆਂ ਹਨ ਇਹ ਜੋ ਸਮਾਂ ਬੀਤ ਚੁੱਕਾ ਹੈ ਉਸ ਸਮੇਂ ਨਾਲ ਸੰਬੰਧਿਤ ਹੈ। ਇਸ ਦੇ ਵਿੱਚ ਫਿਊਚਰ ਦੇ ਵਿੱਚ ਕੀ ਪਲੈਨਿੰਗ ਕਰਨੀ ਹੈ, ਫਿਊਚਰ 'ਚ ਕੀ ਪੋਲਿਸੀ ਮੇਕਿੰਗ ਕਰਨੀ ਉਸ ਬਾਰੇ ਇਸ ਦੇ ਵਿੱਚ ਕੋਈ ਜਾਣਕਾਰੀ ਨਹੀਂ ਹੁੰਦੀ ਹੈ। ਸਿਰਫ ਆਪਣਾ ਹਿਸਟੋਰੀਕਲ ਜੋ ਆਪਾਂ ਖਰਚੇ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਆਪਾਂ ਬਦਲ ਨਹੀਂ ਸਕਦੇ ਉਹ ਖਰਚਿਆਂ ਦੀ ਹੀ ਇੱਕ ਸਟੇਟਮੈਂਟ ਹੁੰਦੀ ਹੈ। ਸੋ ਥਰਡ ਆਪਸ਼ਨ ਹੈ ਫਾਈਨੈਂਸ਼ੀਅਲ ਸਟੇਟਮੈਂਟਸ ਆਰ ਅਫੈਕਟਡ ਬਾਏ ਪਰਸਨਲ ਜਜਮੈਂਟਸ। ਸੋ ਫਰੈਂਡਸ ਆਪਾਂ ਪਿੱਛੇ ਡਿਸਕਸ ਕੀਤਾ ਸੀ ਵੀ ਜੋ ਅਕਾਊਂਟਿੰਗ ਹੈ ਇਸ ਆਰਟ ਹੈ ਜਿਹਦੇ ਵਿੱਚ ਇੱਕ ਅਕਾਊਂਟੈਂਟ ਦੁਆਰਾ ਆਪਣੀ ਆਰਟਸ ਆਪਣੀਆਂ ਸਕਿੱਲਸ ਨੂੰ ਯੂਜ਼ ਕੀਤਾ ਜਾਂਦਾ ਹੈ ਅਤੇ ਉਸ ਦੇ ਆਧਾਰ 'ਤੇ ਫੈਸਲੇ ਦਿੱਤੇ ਜਾਂਦੇ ਹਨ, ਡਿਸੀਜਨ ਕੀਤੇ ਜਾਂਦੇ ਹਨ। ਜਦ ਕਿ ਇਹ ਇੱਕ ਅਕਾਊਂਟਿੰਗ ਦੀ ਇੱਕ ਲਿਮਿਟੇਸ਼ਨ ਵੀ ਹੈ ਕਿਉਂਕਿ ਅਲੱਗ-ਅਲੱਗ ਅਕਾਊਂਟੈਂਟਸ ਦਾ ਹਰੇਕ ਚੀਜ਼ ਦੇ ਪ੍ਰਤੀ ਅਲੱਗ-ਅਲੱਗ ਵਿਊ ਹੋਏਗਾ, ਜਿਸ ਕਰਕੇ ਉਹ ਅਲੱਗ-ਅਲੱਗ ਡਿਸੀਜਨ ਦੇਣਗੇ। ਉਹ ਬਾਇਸਡ ਵੀ ਹੋ ਸਕਦੇ ਹਨ। ਇਸੇ ਤਰ੍ਹਾਂ ਇੱਕ ਅਕਾਊਂਟੈਂਟ ਦੇ ਡਿਸੀਜਨ ਜੋ ਕਿ ਇੱਕ ਆਰਗੇਨਾਈਜੇਸ਼ਨ ਦੇ ਫਾਈਨੈਂਸ਼ੀਅਲ ਰਿਜ਼ਲਟਸ ਨੂੰ ਵੀ ਅਫੈਕਟ ਕਰਦੇ ਹਨ। ਸੋ ਇਸ ਤਰ੍ਹਾਂ ਇਸ 'ਚ ਇੱਕ ਡਰੋਬੈਕ ਹੈ ਜਿੱਦਾਂ ਕਿ ਆਪਣੇ ਸਟਾਕਸ ਦਾ ਵੈਲਿਊਏਸ਼ਨ ਕਰਨਾ, ਐਸਟਸ ਦੀ ਡੈਪਰੀਸ਼ੀਏਸ਼ਨ ਦਾ ਮੈਥਡ ਯੂਜ਼ ਕਰਨਾ ਜਾਂ ਪ੍ਰੋਵੀਜ਼ਨਸ ਬਣਾਉਣੀਆਂ ਡਾਊਟਫੁਲ ਡੈਟਸ ਲਈ ਜਾਂ ਕੋਈ ਫਿਊਚਰ ਲੋਸਿਸ ਲਈ ਆਪਾਂ ਪ੍ਰੋਵੀਜ਼ਨਸ ਕ੍ਰੀਏਟ ਕਰਨੀਆਂ। ਇਹ ਜੋ ਸਾਰੇ ਫੈਸਲੇ ਹਨ ਇਹ ਅਕਾਊਂਟੈਂਟ ਦੇ ਆਪਣੀ ਜਜਮੈਂਟ 'ਤੇ ਬੇਸਡ ਹੁੰਦੇ ਹਨ ਜੋ ਕਿ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ ਦੇ ਜੋ ਰਿਜ਼ਲਟਸ ਨੇ ਉਹਨਾਂ ਨੂੰ ਪ੍ਰਭਾਵਿਤ ਕਰਦੇ ਹਨ। ਸੋ ਚੌਥਾ ਪੁਆਇੰਟ ਹੈ ਫਾਈਨੈਂਸ਼ੀਅਲ ਅਕਾਊਂਟਿੰਗ does not disclose present value of business। ਜੋ ਫਾਈਨੈਂਸ਼ੀਅਲ ਅਕਾਊਂਟਿੰਗ ਰਿਕਾਰਡਸ ਹਨ ਉਹ ਆਪਾਂ ਨੂੰ ਜੋ ਫਾਈਨੈਂਸ਼ੀਅਲ ਪੋਜੀਸ਼ਨ ਦੇ ਵਿੱਚ ਐਸਟਸ ਦਿਖਾਈ ਦਿੰਦੀਆਂ ਹਨ, ਜੋ ਸ਼ੋਅ ਕੀਤੀਆਂ ਗਈਆਂ ਹੁੰਦੀਆਂ ਹਨ, ਉਹ ਸਾਰੀਆਂ ਐਕਵਾਇਰ ਕੀਤੀ ਗਈਆਂ ਕੋਸਟ 'ਤੇ ਐਕੁਜੀਸ਼ਨ ਕੋਸਟ ਦੀ ਦਿੱਤੀਆਂ ਜਾਂਦੀਆਂ ਹਨ। ਜਦ ਕਿ ਉਸ ਦੇ ਵਿੱਚ ਸਾਲ ਦੌਰਾਨ ਹੋਣ ਵਾਲੇ ਵੈਲਿਊਜ਼ ਦੀ ਵੈਲਿਊ 'ਚ ਹੋਣ ਵਾਲੇ ਉਤਰਾਵ ਚੜਾਵ ਨੂੰ ਉਸ 'ਚ ਕੰਸੀਡਰ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਹੀ ਇਹ ਕਿਸ ਦਾ ਮੇਨ ਡਰਾਬੈਕ ਹੈ ਕਿਉਂਕਿ ਜੇਕਰ ਆਪਾਂ ਕਿਸੇ ਐਸਟ ਦੀ ਕੋਈ ਐਗਜ਼ੈਕਟ ਕਰੰਟ ਡੇਟ ਦੇ ਵਿੱਚ ਵੈਲਿਊ ਜਾਣਨ ਦੀ ਕੋਸ਼ਿਸ਼ ਕਰਨੀ ਹੈ ਤਾਂ ਉਹ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਸਾਈਡ 'ਤੇ ਰੱਖ ਕੇ ਮਾਰਕੀਟ ਸਰਵੇ ਕਰਨ ਦੀ ਇਸ 'ਚ ਜ਼ਰੂਰਤ ਪੈਂਦੀ ਹੈ। ਦੈਨ ਪੰਜਵਾਂ ਪੁਆਇੰਟ ਹੈ ਐਬਸੈਂਸ ਆਫ
evaluation of business policies। ਫਾਈਨੈਂਸ਼ੀਅਲ ਅਕਾਊਂਟਿੰਗ ਦਾ ਸਭ ਤੋਂ ਮੇਨ ਵੱਡਾ ਡਰਾਬੈਕ ਇਹ ਹੈ ਕਿ ਇਸ ਦੇ ਵਿੱਚ ਜੋ ਵੀ ਡਾਟਾ ਰਿਕਾਰਡ ਕੀਤਾ ਜਾਂਦਾ ਹੈ ਉਹ ਹਿਸਟੋਰੀਕਲ ਹੁੰਦਾ ਹੈ। ਜੋ ਕੋਸਟ ਐਕਚੁਅਲੀ ਇਨਕਰਡ ਹੋ ਚੁੱਕੀਆਂ ਨੇ ਉਹ ਸਾਰੀਆਂ ਇਸ ਦੇ ਵਿੱਚ ਰਿਕਾਰਡ ਕੀਤੀਆਂ ਜਾਂਦੀਆਂ ਹਨ। ਜਦ ਕਿ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਨੇ ਜੇਕਰ ਕੋਈ ਫਿਊਚਰ ਦੀ ਪਲੈਨਿੰਗ ਕਰਨੀ ਹੈ ਤਾਂ ਫਿਊਚਰ 'ਚ ਕਿਹੜੀ ਬਿਜ਼ਨਸ ਪੋਲਿਸੀ ਮੇਕਿੰਗ ਕਰਨੀ ਹੈ ਤਾਂ ਉਸ ਦੇ ਲਈ ਅਲੱਗ-ਅਲੱਗ ਜੋ ਅਲਟਰਨੇਟਿਵਸ ਕੰਪੇਅਰ ਕਰਨੇ ਹੁੰਦੇ ਹਨ ਉਹ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਨਹੀਂ ਕੀਤੇ ਜਾਂਦੇ। ਇਸ ਕਰਕੇ ਫਿਊਚਰ ਵਿੱਚ ਆਪਣੇ ਜੋ ਵੀ ਉਤਰਾਵ ਚੜਾਵ ਹੋਣੇ ਹਨ, ਕੋਈ ਵੀ ਅਨਸਰਟੇਨਿਟੀ ਹੁੰਦੀ ਹੈ ਉਸ ਨੂੰ ਇਸ ਦੇ ਵਿੱਚ ਇਗਨੋਰ ਕੀਤਾ ਜਾਂਦਾ ਹੈ, ਕੰਸੀਡਰ ਨਹੀਂ ਕੀਤਾ ਜਾਂਦਾ। ਇਹ ਇੱਕ ਇਸ ਦਾ ਮੇਨ ਡਰਾਬੈਕ ਹੈ। ਸੋ 6ਵਾਂ ਪੁਆਇੰਟ ਹੈ ਫਾਈਨੈਂਸ਼ੀਅਲ accounting deals with overall profitability। ਇੱਥੇ ਇੱਕ ਵਰਡ ਯੂਜ਼ ਕੀਤਾ ਗਿਆ ਹੈ ਓਵਰਆਲ ਪ੍ਰੋਫਿਟੇਬਿਲਿਟੀ। ਜੋ ਫਾਈਨੈਂਸ਼ੀਅਲ ਅਕਾਊਂਟਿੰਗ ਹੈ ਇੱਕ ਬਿਜ਼ਨਸ ਦੀਆਂ ਅਲੱਗ-ਅਲੱਗ ਐਕਟੀਵਿਟੀਜ਼, ਅਲੱਗ-ਅਲੱਗ ਪ੍ਰੋਡਕਟ ਦੀ ਸੇਲ ਪਰਚੇਜ਼ ਕਰਨ ਤੋਂ ਬਾਅਦ ਫਾਈਨਲ ਪ੍ਰੋਫਿਟੇਬਿਲਿਟੀ ਪੇਸ਼ ਕਰਦੀ ਹੈ। ਜਦ ਕਿ ਆਪਾਂ ਨੂੰ ਇਹ ਪ੍ਰੋਡਕਟ ਵਾਈਜ਼, ਪ੍ਰੋਸੈਸ ਵਾਈਜ਼, ਐਕਟੀਵਿਟੀ ਵਾਈਜ਼, ਡਿਪਾਰਟਮੈਂਟ ਵਾਈਜ਼ ਹੋਣ ਵਾਲੇ ਪ੍ਰੋਫਿਟ ਜਾਂ ਲੋਸ ਤੋਂ ਆਪਾਂ ਨੂੰ ਜਾਣੂ ਨਹੀਂ ਕਰਵਾਉਂਦੀ, ਜਿਸ ਕਾਰਨ ਅਜਿਹਾ ਹੋ ਸਕਦਾ ਹੈ ਕਿ ਓਵਰਆਲ ਪ੍ਰੋਫਿਟੇਬਿਲਿਟੀ ਚੈੱਕ ਕਰਦੇ ਸਮੇਂ ਕੁਝ ਅਜਿਹੇ ਡਿਪਾਰਟਮੈਂਟ, ਪ੍ਰੋਡਕਟ ਲਾਈਨ ਜੋ ਕਿ ਲੋਸ ਮੇਕਿੰਗ ਹਨ, ਜਿਸ ਨੂੰ ਐਲੀਮੀਨੇਟ ਕਰ ਦੇਣਾ ਚਾਹੀਦਾ ਹੈ। ਬਿਜ਼ਨਸ ਦੇ ਪ੍ਰੋਫਿਟ ਦੇ ਵਿੱਚ ਕੋਈ ਵਾਧਾ ਨਹੀਂ ਕਰ ਰਹੀਆਂ, ਉਹ ਚੀਜ਼ਾਂ ਇਸ ਦੇ ਵਿੱਚ ਕੰਸੀਡਰ ਨਹੀਂ ਕੀਤੀਆਂ ਜਾਂਦੀਆਂ ਅਤੇ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਹਾਈਡ ਹੋ ਜਾਂਦੀਆਂ ਹਨ। ਜਿਸ ਕਰਕੇ ਆਪਾਂ ਨੂੰ ਬਿਜ਼ਨਸ ਆਰਗੇਨਾਈਜੇਸ਼ਨ ਦੀ ਐਕਚੁਅਲ ਫਾਈਨੈਂਸ਼ੀਅਲ ਪੋਜੀਸ਼ਨ ਹੈ, ਜੋ ਐਕਚੁਅਲ ਪ੍ਰੋਫਿਟੇਬਿਲਿਟੀ ਹੈ, ਜੋ ਸਮੇਂ ਸਿਰ ਪਤਾ ਨਹੀਂ ਲੱਗ ਸਕਦੀ। ਸੋ ਇਸ ਦਾ ਲਾਸਟ ਪੁਆਇੰਟ ਹੈ ਲਾਸਟ ਲਿਮਿਟੇਸ਼ਨ ਹੈ ਨੋ ਪ੍ਰੋਵੀਜ਼ਨ ਫਾਰ ਕੋਸਟ ਕੰਟਰੋਲ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਫਾਈਨੈਂਸ਼ੀਅਲ ਅਕਾਊਂਟਿੰਗ ਹੈ ਜੋ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣਾ ਮੇਨ ਬੇਸ ਹੈ, ਜੋ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੇ ਜਿਹੜੀਆਂ ਜਿਸ 'ਚ ਐਕਚੁਅਲ ਦੇ ਵਿੱਚ ਮਨੀ ਦਾ ਲੈਣ ਦੇਣ ਹੋ ਰਿਹਾ, ਉਹ ਸਾਰੀਆਂ ਟ੍ਰਾਂਜੈਕਸ਼ਨ ਨੂੰ ਇਸ ਦੇ ਵਿੱਚ ਰਿਕਾਰਡ ਕੀਤਾ ਜਾਂਦਾ ਹੈ, ਕਲਾਸੀਫਾਈ ਕੀਤਾ ਜਾਂਦਾ ਹੈ, ਸਮਰਾਈਜ਼ ਕੀਤਾ ਜਾਂਦਾ ਹੈ। ਜਦ ਕਿ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਕਿਤੇ ਵੀ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਵਿੱਚ ਹੋਣ ਵਾਲੀਆਂ ਕੋਸਟ ਨੂੰ ਕਿੱਦਾਂ ਮਿਨੀਮਾਈਜ਼ ਕੀਤਾ ਜਾ ਸਕੇ, ਇਸ ਚੀਜ਼ ਬਾਰੇ ਕਿਤੇ ਵੀ ਕੋਈ ਗੱਲ ਨਹੀਂ ਕੀਤੀ ਜਾਂਦੀ। ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜੋ ਫਾਈਨੈਂਸ਼ੀਅਲ ਅਕਾਊਂਟਿੰਗ ਹੈ ਉਹ ਸਿਰਫ ਪ੍ਰੋਫਿਟੇਬਿਲਿਟੀ ਬੇਸਡ ਹੈ, ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨ ਬੇਸਡ ਹੈ। ਉਸ ਦੇ ਵਿੱਚ ਕਿਤੇ ਵੀ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਵਿੱਚ ਕੋਸਟ ਨੂੰ ਕੰਟਰੋਲ ਜਾਂ ਕੋਸਟ ਰਿਡਕਸ਼ਨ ਕਰਨ ਬਾਰੇ ਕਿਤੇ ਵੀ ਕੋਈ ਵੀ ਗੱਲ ਨਹੀਂ ਕੀਤੀ ਜਾਂਦੀ। ਇਸ ਸੰਬੰਧੀ ਇਹ ਸਾਈਲੈਂਟ ਹੈ। ਸੋ ਇਹ ਸੀ ਫਰੈਂਡਸ ਆਪਣੇ ਲਿਮਿਟੇਸ਼ਨਸ ਆਫ ਅਕਾਊਂਟਸ। ਸੋ ਮੈਂ ਆਸ ਕਰਦਾ ਤੁਹਾਨੂੰ ਸਭ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਆਪਣੇ ਕਮੈਂਟਸ ਜ਼ਰੂਰ ਕਰੋ ਤਾਂ ਜੋ ਸਾਨੂੰ ਤੁਹਾਡੀ ਵਡਮੁੱਲੀ ਰਾਏ ਪਤਾ ਲੱਗ ਸਕੇ। ਸੋ ਉਸ ਦੇ ਅਕੋਰਡਿੰਗ ਹੀ ਅਸੀਂ ਆਪਣੀਆਂ ਅਗਲੀਆਂ ਨੈਕਸਟ ਵੀਡੀਓਜ਼ ਲੈ ਕੇ ਆਵਾਂਗੇ। ਸੋ ਧੰਨਵਾਦ, ਥੈਂਕ ਯੂ। ਬਣੀ ਗੱਲ।